ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਨਵੀਂ ਦਿੱਲੀ ਵਿੱਚ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹੈਰਾਨੀ ਪ੍ਰਗਟ ਕਰਦਿਆਂ ਦੱਸਿਆ ਸੀ ਕਿ ਸਿੱਖ ਧਰਮ ਵਿੱਚ ਜਿੰਨੇ ਪਵਿੱਤਰ ਪਕੇਰੇ ਅਤੇ ਸਾਦੇ ਨੈਤਿਕ ਜੀਵਨ ਸੰਬੰਧੀ ਸਿਧਾਂਤ ਦਿੱਤੇ ਗਏ ਹਨ, ਉਸ ਦੇ ਬਾਵਜੂਦ ਭਾਰਤੀ ਅਦਾਲਤਾਂ 'ਚ ਸਭ ਤੋਂ ਵੱਧ ਤਲਾਕਾਂ ਦੇ ਮਾਮਲੇ ਸਿੱਖ ਪਰਿਵਾਰਾਂ ਤੋਂ ਆ ਰਹੇ ਹਨ। ਡੰਡੀ ਹਾਲਾਂਕਿ ਆਨੰਦ ਮੈਰਿਜ ਐਕਟ ਵਿੱਚ ਤਲਾਕ ਨਾਂ ਦੀ ਕੋਈ ਮੱਦ ਦਰਜ ਨਹੀਂ ਹੈ। ਡੰਡੀ ਇਹ ਚਰਚਾ ਐਕਟ ਲਾਗੂ ਕਰਨ ਵੇਲੇ ਵੀ ਛਿੜੀ ਸੀ, ਪਰ ਵਿਦਵਾਨਾਂ ਤੇ ਬੁੱਧੀਜੀਵੀਆਂ ਦਾ ਤਰਕ ਸੀ ਕਿ ਸਿੱਖ ਧਰਮ ਵਿੱਚ ਤਲਾਕ ਦਾ ਕੋਈ ਵਿਧਾਨ ਹੀ ਮੌਜੂਦ ਨਹੀਂ ਹੈ। ਡੰਡੀ ਸਿੱਖ ਧਰਮ ਵਿੱਚ ਜਿੱਥੇ ਗ੍ਰਹਿਸਥ ਪ੍ਰਵੇਸ਼ ਲਈ ਆਨੰਦ ਸੰਸਕਾਰ ਦੀ ਪਰੰਪਰਾ ਹੈ, ਉੱਥੇ ਇਸ ਦੇ ਉਲਟ ਗ੍ਰਹਿਸਥ ਨੂੰ ਛੱਡਣ ਦੀ ਕੋਈ ਰੀਤ ਨਹੀਂ ਹੈ। ਡੰਡੀ ਇਸ ਦਾ ਕਾਰਨ ਇਹ ਹੈ ਕਿ ਸਿੱਖ ਧਰਮ ਵਿੱਚ ਗ੍ਰਹਿਸਥ ਮਾਰਗ ਨੂੰ ਧਰਮ ਦਾ ਅਟੁੱਟ ਅੰਗ ਮੰਨਿਆ ਜਾਂਦਾ ਹੈ। ਡੰਡੀ ਪਰ ਇਸ ਦੇ ਬਾਵਜੂਦ ਸਿੱਖ ਜੋੜੇ ਹਿੰਦੂ ਮੈਰਿਜ ਐਕਟ ਅਧੀਨ ਧੜਾ ਧੜ ਤਲਾਕ ਲੈ ਰਹੇ ਹਨ। ਡੰਡੀ ਅਦਾਲਤਾਂ ਵਿੱਚ ਸਿੱਖ ਜੋੜਿਆਂ ਦੇ ਹੋ ਰਹੇ ਤਲਾਕ ਦੇ 5 ਕਾਰਨ ਮੁੱਖ ਰੂਪ ਵਿੱਚ ਸਾਹਮਣੇ ਆਉਂਦੇ ਹਨ: ਦਾਜ, ਹਉਮੈ, ਚਰਿੱਤਰ, ਸੰਤਾਨ ਅਤੇ ਰੱਬੀ ਰਜ਼ਾ ਤੋਂ ਬੇਮੁਖਤਾਈ। ਡੰਡੀ ਗੁਰਮਤ ਅਨੁਸਾਰ ਸਾਡੇ ਸੰਸਾਰੀ ਰਿਸ਼ਤਿਆਂ ਦੇ ਬਣਨ ਅਤੇ ਮੇਲ ਮਿਲਾਪ ਦੇ ਸੰਯੋਗ ਧੁਰੋਂ ਹੀ ਅਕਾਲ ਪੁਰਖ ਦੁਆਰਾ ਬਣਾਏ ਹੁੰਦੇ ਹਨ। ਡੰਡੀ ਪਰ ਸਾਡੇ ਬਾਕੀ ਸੰਸਾਰੀ ਆਤਮਿਕ ਤੇ ਸਰੀਰਕ ਦੁੱਖਾਂ ਵਾਂਗ ਤਲਾਕ ਦੀ ਭੈੜੀ ਵਬਾ ਵੀ ਗੁਰੂ ਦੀ ਰਜ਼ਾ ਤੋਂ ਉਲਟ ਚੱਲਣ ਕਰਕੇ ਹੀ ਪੈਦਾ ਹੋਈ ਹੈ। ਡੰਡੀ ਪੱਛਮੀ ਸਰਮਾਏਦਾਰੀ ਦੇ ਦੁਰਪ੍ਰਭਾਵ ਅਤੇ ਪਦਾਰਥਵਾਦ ਦੀ ਤਮਹ ਕਾਰਨ ਪਿਛਲੇ ਸਮੇਂ ਤੋਂ ਸਿੱਖ ਸਮਾਜ ਅੰਦਰ ਵੀ ਸੰਯੋਗ ਸਾਹੇ ਸੁਆਰਥ ਨੂੰ ਮੁੱਖ ਰੱਖ ਕੇ ਜੋੜਨ ਦੀ ਪ੍ਰਵਿਰਤੀ ਪ੍ਰਬਲ ਹੋਈ ਹੈ। ਡੰਡੀ ਇਸ ਦੌਰਾਨ ਦੇਖਣ ਵਿੱਚ ਆਇਆ ਕਿ ਸੰਯੋਗ ਮਿਲਾਉਣ ਲੱਗੇ ਵਕਤ ਅਕਾਲ ਪੁਰਖ ਦੇ ਓਟ ਆਸਰੇ ਵਿੱਚ ਰਹਿ ਕੇ ਦੋਵਾਂ ਜੀਆਂ ਵਿੱਚ ਸ਼ੁਭ ਗੁਣਾਂ ਦੀ ਚੋਣ ਕਰਨ ਦੀ ਬਜਾਏ ਧਨ, ਜ਼ਮੀਨ, ਰੂਪ ਅਤੇ ਵਿਦੇਸ਼ਾਂ ਵਿੱਚ ਜਾਣ ਦੇ ਲਾਲਚ ਨੂੰ ਮੁੱਖ ਰੱਖ ਕੇ ਰਿਸ਼ਤੇ ਨਾਤੇ ਜੋੜੇ ਜਾਣ ਲੱਗੇ ਹਨ। ਡੰਡੀ ਇਹ ਰਿਸ਼ਤੇ ਨਹੀਂ ਬਲਕਿ ਸੌਦੇਬਾਜ਼ੀ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ। ਡੰਡੀ ਲੋਭ ਤੇ ਸਵਾਰਥ ਤੇ ਆਧਾਰਿਤ ਰਿਸ਼ਤੇ ਵਿੱਚ ਮਾਇਆਵੀ ਭੁੱਖ ਹੋਰ ਵੱਧਦੀ ਜਾਂਦੀ ਹੈ ਤਾਂ ਰਿਸ਼ਤੇ ਤੋੜਨ ਲੱਗਿਆਂ ਭੋਰਾ ਹਿਰਖ ਨਹੀਂ ਕੀਤਾ ਜਾਂਦਾ। ਡੰਡੀ ਰਿਸ਼ਤੇ ਟੁੱਟਣ ਦਾ ਦੂਜਾ ਵੱਡਾ ਕਾਰਨ ਪਤੀ ਪਤਨੀ ਵਿਚਾਲੇ ਹਉਮੈ ਦੀ ਕੰਧ ਦਾ ਉਸਰ ਜਾਣਾ ਹੈ। ਡੰਡੀ ਇਹ ਸਮੱਸਿਆ ਵੀ ਪੱਛਮੀ ਸਰਮਾਏਦਾਰੀ ਦੀ ਦੇਣ ਹੈ, ਜਿਸ ਨੇ ਔਰਤ ਅਤੇ ਮਰਦ ਨੂੰ ਇੱਕ ਦੂਜੇ ਦੇ ਵਿਰੁੱਧ ਖੜਾ ਕਰ ਦਿੱਤਾ ਹੈ। ਡੰਡੀ ਕੁਦਰਤ ਨੇ ਔਰਤ ਤੇ ਮਰਦ ਦਾ ਰਿਸ਼ਤਾ ਆਪਸੀ ਵਿਰੋਧ ਵਾਲਾ ਨਹੀਂ, ਸਗੋਂ ਇੱਕ ਦੂਜੇ ਦੇ ਪੂਰਕ ਵਜੋਂ ਬਣਾਇਆ ਹੈ। ਡੰਡੀ ਦੋਵੇਂ ਮਿਲ ਕੇ ਇੱਕ ਮੁਕੰਮਲ ਇਕਾਈ ਬਣਦੇ ਹਨ। ਡੰਡੀ ਗੁਰਮਤ ਵੀ ਇਹੀ ਦ੍ਰਿੜਾਉਂਦੀ ਹੈ। ਡੰਡੀ
ਜਦੋਂ ਕਿ ਪੱਛਮੀ ਸਰਮਾਏਦਾਰੀ ਮਰਦ ਅਤੇ ਔਰਤ ਵਿੱਚ ਇਹ ਭਾਵਨਾ ਪੈਦਾ ਕਰਦੀ ਹੈ ਕਿ ਜਦੋਂ ਤੱਕ ਉਹ ਇੱਕ ਦੂਜੇ ਦੀ ਨਿਰਭਰਤਾ ਨਹੀਂ ਛੱਡਦੇ ਉਹ ਆਜ਼ਾਦ ਅਤੇ ਸਵੈ ਨਿਰਭਰ ਨਹੀਂ ਅਖਵਾ ਸਕਦੇ। ਡੰਡੀ ਇਸ ਤਰ੍ਹਾਂ ਘਰੇਲੂ ਅਤੇ ਪੇਸ਼ੇਵਰ ਕੰਮਾਂ ਕਾਜਾਂ ਨੂੰ ਲੈ ਕੇ ਪਤੀ ਪਤਨੀ ਵਿੱਚ ਸਹਿਯੋਗ ਦੀ ਬਜਾਏ ਆਪਾ ਜਤਾਉਣ ਦੀ ਸੋਚ ਇੰਨੀ ਭਾਰੂ ਹੋ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਚਾਰ ਲਾਵਾਂ ਲੈ ਕੇ ਜੋੜੇ ਗਏ ਸੰਯੋਗ ਦੁਨਿਆਵੀ ਅਦਾਲਤਾਂ ਵਿੱਚ ਜਾ ਕੇ ਤੋੜਨ ਲੱਗਿਆਂ ਦੇਰ ਨਹੀਂ ਕੀਤੀ ਜਾਂਦੀ। ਡੰਡੀ ਇੱਕ ਅਕਾਲ ਪੁਰਖ ਦੀ ਉਪਾਸਨਾ ਕਰਨੀ ਅਤੇ ਇੱਕ ਨਰ ਨਾਰੀ ਦੇ ਨਾਲ ਹੀ ਗ੍ਰਹਿਸਥ ਨਿਭਾਉਣਾ ਗੁਰਸਿੱਖੀ ਜੀਵਨ ਹੈ। ਡੰਡੀ ਭਾਈ ਗੁਰਦਾਸ ਜੀ ਗੁਰਮੁਖ ਜੀਵਨ ਦੇ ਸਦਾਚਾਰਕ ਲੱਛਣ ਬਿਆਨਦਿਆਂ ਫਰਮਾਉਂਦੇ ਹਨ। ਗੁਰਬਾਣੀ ਅੰਦਰ ਬੇਅੰਤ ਵਾਰੀ ਮਨੁੱਖ ਨੂੰ ਇੱਕ ਪਤੀ ਪਤਨੀ ਨਾਲ ਆਦਰਸ਼ਕ ਗ੍ਰਹਿਸਥ ਜੀਵਨ ਜਿਉਣ ਦੀ ਪ੍ਰੇਰਨਾ ਮਿਲਦੀ ਹੈ। ਡੰਡੀ ਇੱਕ ਔਰਤ 'ਤੇ ਈਮਾਨ ਯਕੀਨ ਰੱਖਿਆਂ ਹੀ ਸ਼ੁਭ ਅਮਲਾਂ ਨੇਕ ਆਚਾਰ ਸੁੱਚੇ ਚਾਲ ਚੱਲਣ ਵਾਲੀ ਕਾਇਆ ਬਣਦੀ ਹੈ। ਡੰਡੀ ਪਰ ਅੱਜ ਸਾਡੇ ਸਮਾਜ ਅੰਦਰ ਚਰਿੱਤਰਹੀਣਤਾ ਦੀ ਕੁਰੀਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਡੰਡੀ ਆਧੁਨਿਕ ਸਮਾਜ ਵਿੱਚ ਇਸ ਨੂੰ ਐਕਸਟਰਾ ਮਟੀਰੀਅਲ ਅਫੇਅਰਸ ਦਾ ਨਾਂ ਦਿੱਤਾ ਗਿਆ ਹੈ। ਡੰਡੀ ਭਾਵੇਂ ਕਿ ਚਰਿੱਤਰਹੀਣਤਾ ਦੀ ਕੁਰੀਤੀ ਸਾਡੇ ਸਮਾਜ ਵਿੱਚ ਪੁਰਾਣੇ ਸਮਿਆਂ ਤੋਂ ਮੌਜੂਦ ਰਹੀ ਹੈ ਪਰ ਵਿਆਹ ਤੋਂ ਬਾਅਦ ਜੀਵਨ ਸਾਥੀ ਤੋਂ ਬਾਹਰ ਜਾ ਕੇ ਵਾਸ਼ਨਾਵਾਂ ਦੀ ਪੂਰਤੀ ਲਈ ਨਿਸ਼ੰਗ ਹੋ ਕੇ ਤਲਾਕ ਲੈਣ ਦਾ ਵੱਧ ਰਿਹਾ ਰੁਝਾਨ ਪੱਛਮ ਦੇ ਵਿਗਾੜਾਂ ਤੋਂ ਹੀ ਸਾਡੇ ਸਮਾਜ ਵਿੱਚ ਆਇਆ ਹੈ। ਡੰਡੀ ਸਿੱਖ ਧਰਮ ਦੀਆਂ ਸਿੱਖਿਆਵਾਂ ਜਿੱਥੇ ਜਾਤ ਪਾਤ ਰੰਗ ਨਸਲ ਅਤੇ ਊਚ ਨੀਚ ਨੂੰ ਰੱਦ ਕਰਦੀਆਂ ਹਨ ਉੱਥੇ ਲਿੰਗ ਭੇਦ ਦੇ ਆਧਾਰ 'ਤੇ ਔਰਤ ਜਾਤੀ ਨਾਲ ਵਿਤਕਰੇ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਦ ਕੀਤਾ ਸੀ। ਡੰਡੀ ਪਰ ਅੱਜ ਸਿੱਖ ਸਮਾਜ ਦੀ ਇਹ ਵੱਡੀ ਤਰਾਸਦੀ ਹੈ ਕਿ ਸਾਡੇ ਵਿੱਚ ਪਰਿਵਾਰਿਕ ਰਿਸ਼ਤਿਆਂ ਦੇ ਟੁੱਟਣ ਦਾ ਇੱਕ ਅਹਿਮ ਕਾਰਨ ਧੀ ਅਤੇ ਪੁੱਤਰ ਦੇ ਲਿੰਗ ਭੇਦ ਦਾ ਵਿਤਕਰਾ ਬਣ ਰਿਹਾ ਹੈ। ਡੰਡੀ ਬਹੁਤ ਸਾਰੇ ਸਿੱਖ ਪਰਿਵਾਰਾਂ ਵਿੱਚ ਇੱਕ ਜਾਂ ਦੋ ਧੀਆਂ ਦੇ ਜਨਮ ਲੈਣ ਤੋਂ ਬਾਅਦ ਪਤੀ ਪਤਨੀ ਵਿਚਾਲੇ ਤਲਾਕ ਤੱਕ ਨੌਬਤ ਪਹੁੰਚ ਰਹੀ ਹੈ। ਡੰਡੀ ਬਹੁਤ ਸਾਰੀਆਂ ਔਰਤਾਂ ਨੂੰ ਤਾਂ ਪਹਿਲੀ ਔਲਾਦ ਧੀ ਹੋਣ ਕਾਰਨ ਵੀ ਸਹੁਰੇ ਘਰ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ। ਡੰਡੀ ਪੁੱਤਰ ਦੀ ਪ੍ਰਾਪਤੀ ਨਾ ਹੋਣ ਕਾਰਨ ਜੇਕਰ ਪਤੀ ਪਤਨੀ ਦਾ ਮਸਲਾ ਅਦਾਲਤੀ ਤਲਾਕ ਤੱਕ ਪਹੁੰਚਦਾ ਹੈ ਤਾਂ ਇਸ ਵਿੱਚ ਮਾਪਿਆਂ ਭੈਣ ਭਰਾਵਾਂ ਅਤੇ ਰਿਸ਼ਤੇਦਾਰਾਂ ਦੀ ਸੌੜੀ ਸੋਚ ਵੀ ਸ਼ਾਮਲ ਹੁੰਦੀ ਹੈ। ਡੰਡੀ ਸਿੱਖ ਸਮਾਜ ਵਿੱਚ ਜੋ ਤਲਾਕ ਦਾ ਪੰਜਵਾਂ ਵੱਡਾ ਕਾਰਨ ਹੈ ਉਹ ਹੈ ਰੱਬੀ ਰਜ਼ਾ ਵਾਹਿਗੁਰੂ ਦੇ ਭਾਣੇ ਤੋਂ ਬੇਮੁਖਤਾਈ। ਡੰਡੀ ਵੇਖਿਆ ਜਾਵੇ ਤਾਂ ਤਲਾਕ ਦੇ ਪੰਜੇ ਮੁੱਖ ਕਾਰਨਾਂ ਦਾ ਮੂਲ ਕਾਰਨ ਹੀ ਇਹੀ ਹੈ। ਡੰਡੀ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਜੀਵਨ ਦੇ ਮੁੱਖ ਰੂਪ ਵਿੱਚ 3 ਸੰਸਕਾਰ ਦਿੱਤੇ ਹਨ। ਪਹਿਲਾ ਜਨਮ ਸੰਸਕਾਰ, ਦੂਜਾ ਆਨੰਦ
ਸੰਸਕਾਰ ਤੀਜਾ ਅੰਤਿਮ ਸੰਸਕਾਰ ਡੰਡੀ। ਸਟਾਰਟ। ਜਨਮ ਅਸਥਾਨ ਨਨਕਾਣਾ ਸਾਹਿਬ, ਜਿਸ ਦਾ ਨਾਂ ਗੁਰਦੁਆਰਾ ਕੋਠਾ ਸਾਹਿਬ ਸੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ ਦਾ ਨਾਂ ਗੁਰਦੁਆਰਾ ਜਨਮ ਅਸਥਾਨ ਕਹਿ ਕੇ ਪ੍ਰਗਟ ਕਰ ਦਿੱਤਾ ਸੀ ਡੰਡੀ। ਇਸ ਅਸਥਾਨ ਦੀ ਸੇਵਾ ਬਾਬਾ ਧਰਮਚੰਦ ਨੇ, ਜੋ ਬਾਬਾ ਲਖਮੀ ਦਾਸ ਦੇ ਸਪੁੱਤਰ ਸਨ, ਸ਼ੁਰੂ ਕੀਤੀ ਡੰਡੀ। ਬਾਬਾ ਧਰਮਚੰਦ ਤੋਂ ਪਿੱਛੋਂ ਉਹਨਾਂ ਦੇ ਸਪੁੱਤਰ ਬਾਬਾ ਮੇਰ ਚੰਦ ਤੇ ਉਹਨਾਂ ਦੇ ਸਪੁੱਤਰ ਬਾਬਾ ਨਿਧਾਨ ਚੰਦ ਕਦੇ ਕਦਾਈ ਇੱਥੇ ਆਉਂਦੇ ਜਾਂਦੇ ਰਹੇ ਡੰਡੀ। ਇਹ 150 ਸਾਲ ਤੱਕ ਇਸੇ ਤਰ੍ਹਾਂ ਰਿਹਾ ਡੰਡੀ। ਸੰਮਤ 1745 ਵਿੱਚ ਬਾਬਾ ਲਾਜਪਤ, ਜੋ ਬਾਬਾ ਨਿਧਾਨ ਚੰਦ ਦੇ ਸਪੁੱਤਰ ਸਨ, ਨੇ ਬਾਬਾ ਹਨੂਮਾਨ ਨੂੰ ਕੋਠਾ ਸਾਹਿਬ ਦੀ ਸੇਵਾ ਵਾਸਤੇ ਮੁਕਰਰ ਕਰ ਦਿੱਤਾ ਅਤੇ ਸੇਵਾ ਲਗਾਤਾਰ ਚੱਲਦੀ ਰਹੀ ਡੰਡੀ। ਇਸ ਅਸਥਾਨ 'ਤੇ ਮਹੰਤ ਗੁਲਾਬ ਦਾਸ 11 ਅੱਸੂ ਐਤਵਾਰ ਸੰਮਤ 1919 ਸਨ 1862 ਈਸਵੀ ਨੂੰ ਸਵਰਗਵਾਸ ਹੋਏ ਡੰਡੀ। ਇਹਨਾਂ ਤੋਂ ਪਿੱਛੋਂ ਮਹੰਤ ਝੰਡਾ ਦਾਸ ਸੇਵਾ ਕਰਦੇ ਰਹੇ, ਜੋ 8 ਹਾੜ ਸੰਮਤ 1939 ਸਨ 1882 ਈਸਵੀ ਨੂੰ ਅਕਾਲ ਚਲਾਣਾ ਕਰ ਗਏ ਡੰਡੀ। ਮਹੰਤ ਝੰਡਾ ਦਾਸ ਤੋਂ ਬਾਅਦ ਮਹੰਤ ਸਾਧੂ ਰਾਮ ਨੇ ਸੇਵਾ ਸੰਭਾਲੀ, ਜੋ 1 ਚੇਤਰ ਸੰਮਤ 1962 ਸਨ 1905 ਈਸਵੀ ਨੂੰ ਇਸ ਦੁਨੀਆ ਤੋਂ ਤੁਰ ਗਏ ਡੰਡੀ। ਮਹੰਤ ਸਾਧੂ ਰਾਮ ਦੇ ਅਕਾਲ ਚਲਾਣੇ ਤੋਂ ਬਾਅਦ ਮਹੰਤ ਕੇਸ਼ਨ ਦਾਸ ਨੇ ਸੇਵਾ ਸੰਭਾਲੀ, ਜੋ 16 ਮੱਘਰ ਸੰਮਤ 1971 ਸਨ 1914 ਈਸਵੀ ਨੂੰ ਸਵਰਗਵਾਸ ਹੋ ਗਏ ਅਤੇ ਮਹੰਤ ਕੇਸ਼ਨ ਦਾਸ ਦੇ ਚੇਲੇ ਮਹੰਤ ਨਾਰਾਇਣ ਦਾਸ ਨਾਰਾਇਣੂ ਨੇ ਸਨ 1912 ਈਸਵੀ ਨੂੰ ਜਬਰੀ ਸੇਵਾ ਸੰਭਾਲ ਲਈ ਡੰਡੀ। ਪਰਾ ਮਹੰਤਾਂ ਦੇ ਸਮੇਂ ਗੁਰਦੁਆਰਿਆਂ ਦੀਆਂ ਇਮਾਰਤਾਂ ਚੰਗੀਆਂ ਨਹੀਂ ਸਨ। ਜ਼ਮੀਨ ਦੀ ਕੋਈ ਆਮਦਨ ਨਹੀਂ ਸੀ ਤੇ ਕੇਵਲ 10 ਖੂਹ ਹੀ ਆਬਾਦ ਸਨ ਡੰਡੀ। ਨਹਿਰ ਉਸ ਪਾਸੇ ਕੋਈ ਨਹੀਂ ਸੀ ਡੰਡੀ। ਯਾਤਰਾ ਕਰਨ ਵਾਸਤੇ ਬੜੀ ਤਕਲੀਫ ਹੁੰਦੀ ਸੀ ਡੰਡੀ। ਪਾਣੀ ਦੀ ਬਹੁਤ ਘਾਟ ਸੀ ਡੰਡੀ। ਸੰਨ 1902 ਈਸਵੀ ਨੂੰ ਇਸ ਧਰਤੀ ਵਿੱਚ ਨਹਿਰ ਆਈ ਤੇ ਫਿਰ ਜ਼ਮੀਨ ਦੀ ਆਮਦਨ ਹੋਣ ਲੱਗੀ ਡੰਡੀ। ਉਸ ਸਮੇਂ ਮਹੰਤ ਸਾਧੂ ਰਾਮ ਨੇ, ਜੋ ਗੁਰਦੁਆਰਾ ਜਨਮ ਅਸਥਾਨ ਦੇ ਮਹੰਤ ਸਨ, ਬੜੀ ਹਿੰਮਤ ਕਰਕੇ ਆਪਣੇ ਨਾ ਜੋ ਜ਼ਮੀਨ ਸੀ ਉਹ ਸਾਰੀ ਦੀ ਸਾਰੀ ਗੁਰਦੁਆਰਾ ਜਨਮ ਅਸਥਾਨ ਦੇ ਨਾਂ ਲਗਵਾ ਦਿੱਤੀ ਡੰਡੀ। ਨਹਿਰ ਆਉਣ ਤੋਂ ਪਹਿਲਾਂ ਸੰਗਤਾਂ ਵੱਲੋਂ ਆਈ ਭੇਟਾਂ ਅਤੇ ਚੜ੍ਹਾਵਿਆਂ ਨਾਲ ਆਮਦਨ ਵੱਧ ਜਾਂਦੀ ਸੀ ਡੰਡੀ। ਪਰ ਜਦੋਂ ਜੰਗਲ ਆਬਾਦ ਹੋ ਗਏ, ਪਾਣੀ ਆਮ ਹੋ ਗਿਆ, ਆਮਦਨ ਬੇਹਿਸਾਬੀ ਵੱਧ ਗਈ ਤਾਂ ਮਹੰਤ ਸੰਗਤਾਂ ਵੱਲੋਂ ਬੇਪਰਵਾਹ ਹੋ ਗਏ ਅਤੇ ਮਨਮਾਨੀਆਂ ਕਰਨ ਲੱਗ ਪਏ ਡੰਡੀ। ਮਹੰਤਾਂ ਤੋਂ ਕੋਈ ਹਿਸਾਬ ਪੁੱਛਣ ਵਾਲਾ ਹੈ ਨਹੀਂ ਸੀ। ਉਹਨਾਂ ਦੀ ਸਰਕਾਰੀ ਅਫਸਰਾਂ ਨਾਲ ਮਿੱਤਰਤਾ ਵੱਧ ਗਈ ਡੰਡੀ। ਅੰਤ ਸਾਧੂ ਰਾਮ ਤੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਹੁਤ ਹੀ ਬਦਨਾਮ ਹੋਣਾ ਸ਼ੁਰੂ ਹੋ ਗਿਆ ਡੰਡੀ। ਇਹ ਮਹੰਤ ਸ਼ਰਾਬ ਵਿੱਚ ਗੁੱਟ ਤੇ ਵਿਭਚਾਰਾਂ ਵਿੱਚ
ਖਚਤ ਰਹਿੰਦਾ ਸੀ ਡੰਡੀ। ਆਖਰ ਗਲਤ ਕੁਕਰਮਾਂ ਕਰਕੇ ਹੀ ਮਹੰਤ ਨੂੰ ਖਤਰਨਾਕ ਬਿਮਾਰੀ ਲੱਗ ਗਈ ਤੇ ਫਿਰ ਚਲਾਣਾ ਕਰ ਗਿਆ ਡੰਡੀ। ਇਸ ਤੋਂ ਮਗਰੋਂ ਮਹੰਤ ਕਿਸ਼ਨ ਦਾਸ ਨੇ ਸੇਵਾ ਸੰਭਾਲੀ, ਪਰੰਤੂ ਇਹ ਉਸ ਨਾਲੋਂ ਵੀ ਵੱਧ ਭ੍ਰਿਸ਼ਟ ਨਿਕਲਿਆ ਅਤੇ ਸਿੱਖ ਸੰਗਤਾਂ ਨੂੰ ਗੁਰੂ ਜਸ ਕਰਨ ਤੋਂ ਵੀ ਰੋਕਦਾ ਸੀ ਡੰਡੀ। ਇਸ ਦੇ ਭਰਾ ਲੱਦਾ ਰਾਮ ਦੇ ਪੁੱਤਰ ਰਲਿਆ ਰਾਮ ਦਾ ਵਿਆਹ 1911-12 ਵਿੱਚ ਸੀ ਡੰਡੀ। ਇਸ ਨੇ ਸਭ ਤੋਂ ਵੱਧ ਅਨਰਥ ਇਹ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਅਸਥਾਨ ਵਾਲੇ ਥਾਂ ਜਿੱਥੇ ਸਤਨਾਮ ਤੇ ਸਤ ਕਰਤਾਰ ਦੀ ਧੁਨੀ ਨਿਕਲ ਰਹੀ ਸੀ, ਉੱਥੇ ਕੰਜਰੀਆਂ ਦਾ ਮੁਜਰਾ ਕਰਵਾਇਆ ਡੰਡੀ। ਇਸ ਘਟਨਾ ਦੀ ਚਰਚਾ ਅਖਬਾਰਾਂ ਵਿੱਚ ਹੋਈ, ਪਰ ਮਹੰਤ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੀ ਡੰਡੀ। ਮਹੰਤ ਕਿਸ਼ਨ ਦਾਸ ਵੀ ਆਪਣੇ ਦੁਰਾਚਾਰਾਂ ਦੇ ਫਲ ਵਜੋਂ ਅੰਤ ਨੂੰ ਬਿਮਾਰ ਪੈ ਗਿਆ ਡੰਡੀ। ਅੰਤ ਕਿਸ਼ਨ ਦਾਸ ਲਾਹੌਰ ਵਿੱਚ ਮਰਨ ਕਿਨਾਰੇ ਸੀ ਤਾਂ ਨਾਰਾਇਣ ਦਾਸ ਨੇ ਆਪਣੇ ਬਦਮਾਸ਼ ਸਾਥੀਆਂ ਦੀ ਸਹਾਇਤਾ ਨਾਲ ਮਹੰਤ ਕਿਸ਼ਨ ਦਾਸ ਤੋਂ ਚਾਬੀਆਂ ਲੈ ਲਈਆਂ ਤੇ ਨਨਕਾਣਾ ਸਾਹਿਬ ਪਹੁੰਚ ਕੇ ਖਜ਼ਾਨਾ ਸੰਭਾਲ ਲਿਆ ਅਤੇ ਫਿਰ ਮਹੰਤ ਬਣ ਗਿਆ ਡੰਡੀ। ਮਹੰਤ ਕਿਸ਼ਨ ਦਾਸ ਬਿਮਾਰੀ ਦੇ ਹਾਲਤ ਵਿੱਚ 2 ਸਾਲ ਜਿਉਂਦਾ ਰਿਹਾ ਅਤੇ 1914 ਈਸਵੀ ਵਿੱਚ ਇਸ ਦੀ ਮੌਤ ਹੋ ਗਈ, ਪਰ ਨਾਰਾਇਣ ਦਾਸ ਨੇ 1912 ਈਸਵੀ ਨੂੰ ਹੀ ਗੱਦੀ ਸੰਭਾਲ ਲਈ ਸੀ ਡੰਡੀ। ਆਨੰਦ ਸੰਸਕਾਰ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਬਾਣੀ 4 ਲਾਵਾਂ ਦੇ ਨਾਲ ਸੰਪੂਰਨ ਹੁੰਦਾ ਹੈ, ਜਿਸ ਦਾ ਕੇਂਦਰੀ ਭਾਵ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਜੀਵਨ ਦਾ ਕੇਂਦਰ ਬਿੰਦੂ ਬਣਾ ਕੇ ਜੀਵਨ ਭਰ ਹਰ ਦੁੱਖ ਸੁੱਖ ਦੌਰਾਨ ਪਤੀ ਪਤਨੀ ਨੇ ਦੇ ਰੂਪ ਵਿੱਚ ਸਾਥ ਨਿਭਾਉਣ ਦਾ ਪ੍ਰਣ ਕਰਨਾ ਹੈ ਡੰਡੀ। 4 ਲਾਵਾਂ ਹੀ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੇ ਪੜਾਅ ਹਨ ਡੰਡੀ। ਆਤਮਾ ਤੇ ਪਰਮਾਤਮਾ ਦਾ ਮਿਲਾਪ ਤਾਂ ਹੀ ਹੋ ਸਕਦਾ ਹੈ ਜੇ ਮਨੁੱਖ ਆਪਣੀ ਵੱਖਰੀ ਪਛਾਣ ਅਰਥਾਤ ਹਉਮੈ ਨੂੰ ਤਿਆਗੇ ਡੰਡੀ। ਇਸੇ ਤਰ੍ਹਾਂ ਪਤੀ ਪਤਨੀ ਵੀ ਜਦੋਂ ਤੱਕ ਆਪਣੇ ਵਿੱਚੋਂ ਖੁਦਗਰਜੀ ਅਤੇ ਹਉਮੈ ਨਹੀਂ ਛੱਡਦੇ, ਇਹ ਸਫਲ ਗ੍ਰਸਥੀ ਨਹੀਂ ਬਣ ਸਕਦੇ ਡੰਡੀ। ਗ੍ਰਸਥ ਜੀਵਨ ਨੂੰ ਨਿਭਾਉਂਦਿਆਂ ਜਦੋਂ ਮਨੁੱਖ ਅਕਾਲ ਪੁਰਖ ਦੇ ਭਾਣੇ ਤੋਂ ਬੇਮੁਖ ਹੋ ਜਾਂਦਾ ਹੈ ਤਾਂ ਫਿਰ ਲਾਲਚ, ਦਾਜ, ਹਉਮੈ, ਕਾਮ, ਚਰਿੱਤਰਹੀਨਤਾ, ਮੋਹ, ਸੰਤਾਨ ਦਾ ਲਿੰਗ ਭੇਦ ਅਤੇ ਸਵਾਰਥ ਭਾਰੂ ਹੋ ਜਾਂਦਾ ਹੈ ਡੰਡੀ। ਇਹੀ ਸਾਡੇ ਸਿੱਖ ਸਮਾਜ ਅੰਦਰ ਤਲਾਕ ਦੀ ਭੈੜੀ ਕੁਰੀਤੀ ਦੇ ਵਧਣ ਦਾ ਕਾਰਨ ਹੈ ਡੰਡੀ। ਜਿਹੜਾ ਆਨੰਦ ਸੰਸਕਾਰ ਸਾਡੇ ਗ੍ਰਸਥ ਜੀਵਨ ਦਾ ਮੂਲ ਆਧਾਰ ਸੀ, ਉਸ ਨੂੰ ਅੱਜ ਦੇ ਵਿਖਾਵੇ ਵਾਲੇ ਰੀਤੀ ਰਿਵਾਜਾਂ ਵਿੱਚ ਮਹਿਜ ਇੱਕ ਰਸਮ ਬਣਾ ਕੇ ਰੱਖ ਦਿੱਤਾ ਗਿਆ ਹੈ ਡੰਡੀ। ਲਾਵਾਂ ਦੇ ਅਰਥ ਜੀਵਨ ਵਿੱਚ ਧਾਰਨ ਕਰਨੇ ਅਤੇ ਭਾਈ ਜੀ ਤੋਂ ਸਿੱਖਿਆ ਸੁਣਨੀ ਹੁਣ ਜ਼ਰੂਰੀ ਨਹੀਂ ਸਮਝੀ ਜਾਂਦੀ ਡੰਡੀ। ਇਸ ਪਾਸੇ ਪੰਥਕ ਜਥੇਬੰਦੀਆਂ, ਸੰਪਰਦਾਵਾਂ, ਟਕਸਾਲਾਂ, ਅਖੰਡ ਕੀਰਤਨੀ ਜਥਿਆਂ ਅਤੇ ਸਭਾ ਸੁਸਾਇਟੀਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਅਤੇ ਸਮਾਂ ਰਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅੱਗੇ ਆ ਕੇ ਸਿੱਖ ਸਮਾਜ ਵਿੱਚ ਗ੍ਰਸਥ ਪਰੰਪਰਾ ਦੀ ਮੌਲਿਕਤਾ ਦਾ ਘਾਣ ਕਰਨ ਵਾਲੀ ਤਲਾਕ ਦੀ ਬੇਰੋਕ ਵੱਧ ਰਹੀ ਭੈੜੀ ਕੁਰੀਤੀ ਨੂੰ ਠੱਲ ਪਾਉਣ ਵਿੱਚ ਆਪਣੀ ਠੋਸ ਭੂਮਿਕਾ ਨਿਭਾਉਣੀ ਚਾਹੀਦੀ ਹੈ ਡੰਡੀ।
ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦਫ਼ਤਰਾਂ ਵਿੱਚੋਂ ਵਰਗ 3 ਦੀਆਂ ਆਸਾਮੀਆਂ 'ਤੇ ਲੱਗੇ ਸਾਰੇ ਤਦਅਰਥ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਤ ਕਰਨ ਬਾਰੇ ਸਰਕਾਰ ਦੇ ਪੱਤਰ ਮਿਤੀ 8 ਅਗਸਤ 1985 ਵਿੱਚ ਦਰਜ ਹਦਾਇਤਾਂ ਰਾਹੀਂ ਇਹ ਫੈਸਲਾ ਕੀਤਾ ਗਿਆ ਸੀ ਕਿ ਵਰਗ 3 ਦੀਆਂ ਆਸਾਮੀਆਂ 'ਤੇ ਤਦਅਰਥ ਆਧਾਰ 'ਤੇ ਆਰਜੀ ਤੌਰ 'ਤੇ ਨਿਯੁਕਤ ਕੀਤੇ ਗਏ ਸਾਰੇ ਕਰਮਚਾਰੀਆਂ ਜਿਨ੍ਹਾਂ ਨੇ 1 ਅਪ੍ਰੈਲ 1985 ਨੂੰ 1 ਸਾਲ ਦੀ ਸੇਵਾ ਮੁਕੰਮਲ ਕਰ ਲਈ ਹੋਵੇ ਦੀਆਂ ਸੇਵਾਵਾਂ ਨਿਯਮਤ ਕੀਤੀਆਂ ਜਾਣ ਬਸ਼ਰਤੇ ਉਹ ਇਸ ਵਿਭਾਗ ਦੇ ਪੱਤਰ ਮਿਤੀ 29 ਮਾਰਚ 1985 ਵਿੱਚ ਦਰਜ ਅਨੁਸਾਰ ਅਜਿਹੇ ਨਿਯਮਤ ਕਰਨ ਲਈ ਸ਼ਰਤਾਂ ਪੂਰੀਆਂ ਕਰਦੇ ਹੋਣ। ਡੰਡੀ ਇਸ ਸਬੰਧ ਵਿੱਚ ਸਰਕਾਰ ਨੂੰ ਇਹ ਪ੍ਰਤੀ ਬੇਨਤੀ ਕੀਤੀ ਗਈ ਹੈ ਕਿ ਉਕਤ ਅਸਾਮੀਆਂ 'ਤੇ 1 ਅਪ੍ਰੈਲ 1984 ਤੋਂ ਮਗਰੋਂ ਨਿਯੁਕਤ ਕੀਤੇ ਤਦਅਰਥ ਕਰਮਚਾਰੀਆਂ ਨੂੰ ਵੀ ਅਜਿਹੀ ਵਿਵਸਥਾ ਲਈ ਵਿਚਾਰਿਆ ਜਾਵੇ। ਡੰਡੀ ਉਕਤ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਵਿਭਾਗ ਦੇ ਪੱਤਰ ਮਿਤੀ 15 ਅਪ੍ਰੈਲ 1986 ਅਨੁਸਾਰ ਬਣਾਈਆਂ ਗਈਆਂ ਵਿਭਾਗੀ ਚੋਣ ਕਮੇਟੀਆਂ 1 ਅਪ੍ਰੈਲ 1984 ਤੋਂ ਮਗਰੋਂ ਨਿਯੁਕਤ ਕੀਤੇ ਗਏ ਸਾਰੇ ਤਦਅਰਥ ਕਰਮਚਾਰੀਆਂ ਨੂੰ ਵੀ ਇੰਟਰਵਿਊ ਲਈ ਬੁਲਾਉਣਗੀਆਂ ਅਤੇ ਹੋਰਨਾਂ ਦੇ ਨਾਲ ਵਿਚਾਰਨਗੀਆਂ। ਡੰਡੀ ਇੱਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਰਾਜ ਸਰਕਾਰ ਦੇ ਪੱਤਰ ਮਿਤੀ 2 ਅਪ੍ਰੈਲ 1986 ਅਨੁਸਾਰ ਉੱਪਰਲੀ ਉਮਰ ਸੀਮਾ ਵਿੱਚ ਰਿਆਇਤ ਹੈ। ਡੰਡੀ ਪੈਰਾ ਮੈਨੂੰ ਹਦਾਇਤ ਹੋਈ ਹੈ ਕਿ ਮੈਂ ਆਪ ਦਾ ਧਿਆਨ ਪੰਜਾਬ ਸਰਕਾਰ ਦੇ ਗਸ਼ਤੀ ਪੱਤਰ ਮਿਤੀ 15 ਮਾਰਚ 1962 ਵੱਲ ਦੇਵਾਵਾਂ ਜਿਸ ਵਿੱਚ ਹੋਰਨਾਂ ਗੱਲਾਂ ਤੋਂ ਇਲਾਵਾ ਇਹ ਨਿਰਧਾਰਿਤ ਕੀਤਾ ਗਿਆ ਹੈ ਕਿ ਜਦੋਂ ਕੋਈ ਕਰਮਚਾਰੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੀ ਸਿਫਾਰਿਸ਼ 'ਤੇ ਕਿਸੇ ਹੋਰ ਦਫ਼ਤਰ ਵਿੱਚ ਨਿਯਮਤ ਖਪਤ ਲਈ ਸਿਫਾਰਸ਼ਿਆ ਜਾਵੇ ਪਰ ਉਸ ਨੂੰ ਕੰਮ ਦੇ ਹਿੱਤ ਵਿੱਚ ਜਾਂ ਸੰਬੰਧਿਤ ਕਰਮਚਾਰੀ ਦੀ ਬੇਨਤੀ 'ਤੇ ਪਿੱਤਰੀ ਵਿਭਾਗ ਵਿੱਚ ਰਹਿਣ ਦਿੱਤਾ ਜਾਵੇ ਤਾਂ ਨਿਯਮਤ ਖਪਤ ਲਈ ਉਸ ਦੀ ਸੀਨੀਅਰਤਾ ਬੋਰਡ ਦੀ ਪਹਿਲੀ ਸਿਫਾਰਸ਼ ਦੀ ਮਿਤੀ ਦੇ ਹਵਾਲੇ ਨਾਲ ਤੈਅ ਕੀਤੀ ਜਾਵੇ। ਡੰਡੀ ਹੁਣ ਇਹ ਮਾਮਲਾ ਉੱਠਿਆ ਹੈ ਕਿ ਕੁਝ ਕੇਸਜ਼ ਵਿੱਚ ਉਮੀਦਵਾਰ ਦੀ ਨਿਯੁਕਤੀ ਉਸ ਵਿਭਾਗ ਵਿੱਚ ਨਹੀਂ ਹੁੰਦੀ ਜਿੱਥੇ ਉਸ ਦਾ ਨਾਮ ਭੇਜਿਆ ਜਾਂਦਾ ਹੈ ਪਰ ਬਾਅਦ ਵਿੱਚ ਉਸ ਉਮੀਦਵਾਰ ਦੀ ਨਿਯੁਕਤੀ ਅਜਿਹੇ ਦਫ਼ਤਰ ਵਿੱਚ ਹੋ ਜਾਂਦੀ ਹੈ ਜਿੱਥੇ ਉਸ ਦੇ ਨਾਲ ਚੁਣੇ ਗਏ ਉਮੀਦਵਾਰ ਸੇਵਾ ਵਿੱਚ ਆ ਚੁੱਕੇ ਹੋਣ ਤਾਂ ਸੀਨੀਅਰਤਾ ਕਦੋਂ ਤੋਂ ਦਿੱਤੀ ਜਾਵੇ। ਡੰਡੀ ਇਸ ਨੂੰ ਗੌਰ ਨਾਲ ਵਿਚਾਰਿਆ ਗਿਆ ਹੈ ਅਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਉਪਰੋਕਤ ਹਾਲਤਾਂ ਵਿੱਚ ਬੋਰਡ ਵੱਲੋਂ ਇੱਕ ਹੀ ਚੋਣ ਦੇ ਆਧਾਰ 'ਤੇ ਸਿਫਾਰਸ਼ੀ ਉਮੀਦਵਾਰਾਂ ਦੀ ਇੱਕ ਹੀ ਦਫ਼ਤਰ ਵਿੱਚ ਨਿਯੁਕਤੀ ਹੋਣ 'ਤੇ ਉਹਨਾਂ ਦੀ ਸੀਨੀਅਰਤਾ ਬੋਰਡ ਵੱਲੋਂ ਬਣਾਈ ਮੈਰਿਟ ਲਿਸਟ ਅਨੁਸਾਰ ਹੀ ਤੈਅ ਕੀਤੀ ਜਾਵੇ।
ਭਾਵੇਂ ਉਹਨਾਂ ਦੀ ਨਿਯੁਕਤੀ ਦੀ ਮਿਤੀ ਇੱਕੋ ਨਾ ਹੀ ਹੋਵੇ। ਡੰਡੀ। ਪੰਜਾਬੀ ਵਿੱਚ ਆਮ ਕਹਾਵਤ ਇਹ, ਜਿਸ ਬੰਦੇ ਦੀ 10 ਮਰਲੇ ਵੀ ਜ਼ਮੀਨ ਹੋਵੇ ਉਸਨੂੰ ਕੋਰਟਾਂ ਕਚਹਿਰੀਆਂ ਦਾ ਰਾਹ ਜ਼ਰੂਰ ਵੇਖਣਾ ਪੈਂਦਾ ਹੈ। ਡੰਡੀ। ਪਿੰਡਾਂ ਵਿੱਚ ਜ਼ਮੀਨਾਂ ਜਾਇਦਾਦਾਂ, ਕੰਧਾਂ ਕੌਲਿਆਂ ਅਤੇ ਗਲੀਆਂ ਨਾਲੀਆਂ ਦੇ ਝਗੜੇ ਆਮ ਜਿਹੀ ਗੱਲ ਹਨ ਅਤੇ ਸਾਡੇ ਪੰਜਾਬੀ ਭਰਾ ਇਸ ਤੋਂ ਭਲੀ ਭਾਂਤ ਜਾਣੂ ਹਨ। ਡੰਡੀ। ਕਾਲਜ ਵਿੱਚ ਪੜ੍ਹਦੇ ਸਮੇਂ ਮੈਂ ਹੀ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਸੀ। ਡੰਡੀ। ਸਾਡੀ ਜ਼ਮੀਨ ਦੇ ਤਬਾਦਲੇ ਦਾ ਕੋਈ ਰੌਲਾ ਸੀ ਅਤੇ ਬਜ਼ੁਰਗਾਂ ਨੇ ਮੇਰੀ ਡਿਊਟੀ ਲਗਾ ਦਿੱਤੀ ਕਿ ਮੈਂ ਪਟਵਾਰੀ ਕੋਲ ਜਾ ਕੇ ਜ਼ਮੀਨੀ ਕਾਗਜ਼ਾਂ ਪੱਤਰਾਂ ਦੀ ਪੜਤਾਲ ਕਰਾਂ। ਡੰਡੀ। ਇਸ ਦੇ ਲਈ ਮੈਨੂੰ ਸਿਆਲਕੋਟ ਦੇ ਜ਼ਿਲ੍ਹਾ ਦਫ਼ਤਰ ਜਾਣਾ ਪਿਆ। ਡੰਡੀ। ਉੱਥੇ ਜਾ ਕੇ ਪਟਵਾਰੀ ਅਤੇ ਤਹਿਸੀਲਦਾਰ ਨੂੰ ਮਿਲਿਆ ਅਤੇ ਉਹਨਾਂ ਦੇ ਰਿਕਾਰਡ ਵਿੱਚੋਂ ਸਾਡੇ ਖਾਨਦਾਨ ਦਾ ਛੱਜਰਾ, ਜਿਸ ਨੂੰ ਪੰਜਾਬੀ ਵਿੱਚ ਬੰਸਾਵਲੀ ਵੀ ਕਿਹਾ ਜਾਂਦਾ ਹੈ, ਮੈਨੂੰ ਮਿਲਿਆ। ਡੰਡੀ। ਉਸ ਵਿੱਚ ਮੈਂ ਵੇਖਿਆ ਕਿ ਮੇਰੇ ਦਾਦੇ ਦਾ ਨਾਂ ਵਧਾਵਾ ਅਤੇ ਉਸ ਦੇ ਭਰਾ ਦਾ ਨਾਂ ਸੂਬਾ ਸੀ। ਡੰਡੀ। ਵਧਾਵਾ ਨਾਂ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਵਿੱਚ ਸਾਂਝਾ ਹੈ। ਡੰਡੀ। ਜਦੋਂ ਹੋਰ ਪਿੱਛੇ ਨਜ਼ਰ ਮਾਰੀ ਤਾਂ ਮੈਂ ਹੱਕਾ ਬੱਕਾ ਰਹਿ ਗਿਆ। ਡੰਡੀ। ਮੇਰੇ ਦਾਦੇ ਦੇ ਪਿਓ ਜਾਨੀ ਮੇਰੇ ਪੜਦਾਦੇ ਦਾ ਨਾਂ ਸੀ ਨਾਨਕ ਅਤੇ ਉਸ ਦੇ ਭਰਾ ਦਾ ਨਾਂ ਸੀ ਮਾਨਕ। ਮੈਂ ਬੜਾ ਹੈਰਾਨ ਹੋਇਆ ਕਿ ਨਾਨਕ ਨਾਂ ਤਾਂ ਬਾਬਾ ਜੀ ਗੁਰੂ ਨਾਨਕ ਦਾ ਹੈ ਅਤੇ ਇਸ ਦਾ ਸੰਬੰਧ ਸਿੱਖਾਂ ਨਾਲ ਹੈ। ਡੰਡੀ। ਮੈਂ ਹੈਰਾਨ ਸੀ ਕਿ ਅਸੀਂ ਪਹਿਲਾਂ ਕਿਤੇ ਸਿੱਖ ਤਾਂ ਨਹੀਂ ਸੀ ਅਤੇ ਬਾਅਦ ਵਿੱਚ ਸਿੱਖਾਂ ਤੋਂ ਮੁਸਲਮਾਨ ਹੋਈਏ। ਡੰਡੀ। ਜਦੋਂ ਹੋਰ ਪਿੱਛੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਨਾਨਕ ਦੇ ਪਿਓ ਦਾ ਨਾਂ ਅਦਾਲਤ ਸੀ ਅਤੇ ਉਸ ਦੇ ਪਿਓ ਦਾ ਫਜ਼ਲਦੀਨ ਅਤੇ ਅੱਗੋਂ ਉਸ ਦੇ ਪਿਓ ਦਾ ਨਾਂ ਕਾਦਰ ਸੀ। ਡੰਡੀ। ਮੈਂ ਭੰਬਲ ਭੂਸੇ ਵਿੱਚ ਪੈ ਗਿਆ ਕਿ ਇਹ ਕੀ ਚੱਕਰ ਏ। ਡੰਡੀ। ਜਦੋਂ ਸ਼ਾਮ ਨੂੰ ਪਿੰਡ ਪਹੁੰਚਿਆ ਤਾਂ ਸਿੱਧਾ ਉੱਥੇ ਤਕੀਏ ਦਾਇਰੇ 'ਚ ਬੈਠੇ ਬਜ਼ੁਰਗਾਂ ਕੋਲ ਗਿਆ ਅਤੇ ਉਹਨਾਂ ਨੂੰ ਪੁੱਛਿਆ ਕਿ ਸਾਡੇ ਛੱਜਰਿਆਂ ਵਿੱਚ ਨਾਨਕ ਨਾਂ ਕਿਵੇਂ ਆ ਗਿਆ, ਕਿਉਂਕਿ ਨਾਨਕ ਤਾਂ ਸਿੱਖਾਂ ਦਾ ਨਾਂ ਹੈ। ਡੰਡੀ। ਸਾਡੇ ਮੁਸਲਮਾਨਾਂ ਵਿੱਚ ਤਾਂ ਇਹ ਹੈ ਹੀ ਨਹੀਂ ਅਤੇ ਮਾਨਕ ਨਾਂ ਵੀ ਉਹਨਾਂ ਦਾ ਹੀ ਨਾਂ ਏ। ਡੰਡੀ। ਉੱਥੇ ਸਾਹਮਣੇ ਬੈਠੇ ਬਜ਼ੁਰਗ ਅਬਦੁਲ ਕਾਦਰ ਸਿੱਧੂ ਨੇ ਮੇਰੇ ਤੌਖਲੇ ਨੂੰ ਦੂਰ ਕਰਦਿਆਂ ਹੋਇਆਂ ਦੱਸਿਆ ਕਿ ਨਾਨਕ ਨਾਂ ਮੁਸਲਮਾਨਾਂ ਵਿੱਚੋਂ ਵੀ ਰੱਖਿਆ ਜਾਂਦਾ ਸੀ ਅਤੇ ਮਾਨਕ ਵੀ ਰੱਖਿਆ ਜਾਂਦਾ ਸੀ। ਡੰਡੀ। ਇਹ ਸੁਣ ਕੇ ਮੈਂ ਚੁੱਪ ਜਿਹਾ ਹੋ ਗਿਆ ਅਤੇ ਜਦੋਂ ਉੱਥੋਂ ਉੱਠ ਕੇ ਤੁਰਨ ਲੱਗਾ ਤਾਂ ਇੱਕ ਹੋਰ ਬਜ਼ੁਰਗ ਅੱਲਾ ਬਖਸ਼ ਨੇ ਮੈਨੂੰ ਪਿੱਛੋਂ ਆਵਾਜ਼ ਮਾਰੀ ਅਤੇ ਕਹਿਣ ਲੱਗੇ ਕਿ ਨਾ ਸਿਰਫ ਤੇਰੇ ਦਾਦੇ ਦਾ ਹੀ ਨਾਨਕ ਨਹੀਂ ਸੀ, ਬਲਕਿ ਤੇਰੀ ਦਾਦੀ ਦੇ ਪਿਓ ਦਾ ਨਾਂ ਵੀ ਨਾਨਕ ਸੀ। ਡੰਡੀ। ਇਹ ਸੁਣ ਕੇ ਮੈਂ ਹੋਰ ਵੀ ਭੰਬਲ ਭੂਸੇ ਵਿੱਚ ਪੈ ਗਿਆ। ਡੰਡੀ। ਮੇਰੇ ਦਾਦੇ ਅਤੇ ਮੇਰੇ ਪਿਓ ਦੇ ਨਾਨੇ ਦੋਵਾਂ ਦੇ ਨਾਂ ਨਾਨਕ ਕਿਵੇਂ ਹੋ ਗਏ। ਡੰਡੀ। ਮੇਰੀ ਪਰੇਸ਼ਾਨੀ ਵੇਖ ਕੇ ਉਹ ਬਜ਼ੁਰਗ ਕਹਿਣ ਲੱਗਾ ਕਿ ਬਾਬਾ ਨਾਨਕ ਸਾਹਿਬ ਨੇ ਆਪਣੀ ਆਖਰੀ ਉਮਰ ਨਾਰੋਵਾਲ ਦੇ ਕੋਲ ਕਰਤਾਰਪੁਰ ਸਾਹਿਬ
ਬਿਤਾਈ ਸੀ ਡੰਡੀ। ਸਾਡਾ ਪਿੰਡ ਤਾਂ ਕਰਤਾਰਪੁਰ ਤੋਂ 50 ਕੁ ਮੀਲ ਦੂਰ ਹੋਵੇਗਾ, ਪਰ ਮੇਰੀ ਦਾਦੀ ਦਾ ਪਿੰਡ ਨਾਰੋਵਾਲ ਸ਼ਹਿਰ ਦੇ ਨਾਲ ਹੀ ਸੀ ਡੰਡੀ। ਉਸ ਨੇ ਹੋਰ ਦੱਸਿਆ ਕਿ ਉਹਨਾਂ ਪਿੰਡਾਂ ਦੇ ਲੋਕ ਬਾਬਾ ਨਾਨਕ ਜੀ ਨੂੰ ਬਹੁਤ ਮੰਨਦੇ ਸਨ ਅਤੇ ਉਹਨਾਂ ਵਿੱਚੋਂ ਕਈ ਆਪਣੇ ਨਿਆਣਿਆਂ ਦੇ ਨਾਂ ਨਾਨਕ ਰੱਖ ਲੈਂਦੇ ਸਨ ਡੰਡੀ। ਇਹ ਗੱਲ ਮੇਰੇ ਜ਼ਹਨ ਵਿੱਚ ਵੜ ਗਈ ਅਤੇ ਬਾਅਦ ਵਿੱਚ ਜਦੋਂ ਮੈਂ ਹੋਰ ਘੋਖ ਪੜਤਾਲ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਕੇਵਲ ਸਾਡਾ ਘਰ ਹੀ ਨਹੀਂ ਸੀ, ਸਾਡੇ ਪਿੰਡ ਵਿੱਚ 3-4 ਘਰ ਹੋਰ ਵੀ ਸਨ ਜਿਨ੍ਹਾਂ ਦੇ ਦਾਦੇ ਪੜਦਾਦਿਆਂ ਦੇ ਨਾਂ ਨਾਨਕ ਅਤੇ ਮਾਨਕ ਸਨ ਡੰਡੀ। ਇਹਨਾਂ ਲੋਕਾਂ ਦੇ ਨਾਂ ਨਾਨਕ ਸੁਣਨ ਤੋਂ ਬਾਅਦ ਮੈਨੂੰ ਸਮਝ ਆਈ ਕਿ ਬਾਬਾ ਨਾਨਕ ਕੇਵਲ ਸਿੱਖਾਂ ਅਤੇ ਹਿੰਦੂਆਂ ਦਾ ਹੀ ਗੁਰੂ ਨਹੀਂ ਸੀ, ਉਹ ਮੁਸਲਮਾਨਾਂ ਦਾ ਵੀ ਪੀਰ ਬਾਬਾ ਸੀ ਅਤੇ ਹੁਣ ਵੀ ਹੈ ਡੰਡੀ। ਫਿਰ ਸੋਚਿਆ ਕਿ ਸਿੱਖ ਤਾਂ ਉਦੋਂ ਹੈ ਹੀ ਨਹੀਂ ਸਨ ਡੰਡੀ, ਉਹ ਤਾਂ ਬਾਅਦ ਵਿੱਚ 1999 ਵਿੱਚ ਬਣੇ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਵਿੱਚ ਅੰਮ੍ਰਿਤ ਛਕਾਉਣ ਤੋਂ ਪਿੱਛੋਂ ਖਾਲਸਾ ਦੀ ਸਾਜਨਾ ਕੀਤੀ ਗਈ ਡੰਡੀ। ਬਾਬਾ ਨਾਨਕ ਜੀ ਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਬਦਨ ਉੱਪਰਲੀ ਚਾਦਰ ਹੇਠਲੇ ਫੁੱਲ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਨੂੰ ਮਿਲੇ ਸਨ, ਜੋ ਉਹਨਾਂ ਆਪਸ ਵਿੱਚ ਵੰਡ ਲਏ ਡੰਡੀ। ਇਹ ਸਾਰੇ ਮੁਸਲਮਾਨ ਬਾਬਾ ਨਾਨਕ ਜੀ ਦੇ ਮੁਰੀਦ ਸਨ ਡੰਡੀ। ਬਾਬਾ ਨਾਨਕ ਜੀ ਦਾ ਟੁਰਨਾ ਫਿਰਨਾ ਉੱਠਣਾ ਬਹਿਣਾ ਮੁਸਲਮਾਨਾਂ ਨਾਲ ਰਿਹਾ ਡੰਡੀ। ਭਾਈ ਮਰਦਾਨਾ ਅਤੇ ਉਹ 40 ਸਾਲ ਇਕੱਠੇ ਰਹੇ ਡੰਡੀ। ਹੌਲੀ ਹੌਲੀ ਮੈਨੂੰ ਇਹ ਵੀ ਪਤਾ ਲੱਗਾ ਕਿ ਮੁਸਲਮਾਨਾਂ ਦੇ ਜ਼ਿਆਦਾ ਗਿਣਤੀ ਵਿੱਚ ਬਾਬਾ ਨਾਨਕ ਜੀ ਦੇ ਮੁਰੀਦ ਹੋਣ ਦੀ ਵਜ੍ਹਾ ਇਹ ਸੀ ਕਿ ਬਾਬਾ ਜੀ ਦਾ ਨਜ਼ਰੀਆ ਇਸਲਾਮ ਦੇ ਬਹੁਤ ਨਜ਼ਦੀਕ ਸੀ ਡੰਡੀ। ਉਹ ਸੀ ਰੱਬ ਦਾ ਇੱਕ ਹੋਣਾ ਡੰਡੀ। ਇਸਲਾਮ ਵਿੱਚ ਕਿਹਾ ਜਾਂਦਾ ਹੈ ਕਿ ਦੁਨੀਆ ਦਾ ਹਰ ਗੁਨਾਹ ਮਾਫ਼ ਹੋ ਸਕਦਾ ਹੈ, ਪਰ ਸ਼ਿਰਕ ਮੁਆਫ਼ ਨਹੀਂ ਹੁੰਦਾ। ਨਹੀਂ, ਸ਼ਿਰਕ ਅਰਬੀ ਜ਼ੁਬਾਨ ਦਾ ਲਫ਼ਜ਼ ਹੈ ਅਤੇ ਇਸ ਦਾ ਮਤਲਬ ਹੈ ਸ਼ਰੀਕ ਭਾਵ ਸ਼ੇਅਰ ਹੋਲਡਰ ਡੰਡੀ। ਜਾਨੀ ਜੇ ਕੋਈ ਦੂਜਾ ਰੱਬ ਬਣਾਏਗਾ ਜਾਂ ਮੰਨੇਗਾ ਉਹ ਗੁਨਾਹ ਮਾਫ਼ ਨਹੀਂ ਹੋਣਾ ਡੰਡੀ। ਆਪਣੇ ਬਜ਼ੁਰਗਾਂ ਤੋਂ ਮੈਨੂੰ ਪਤਾ ਲੱਗਾ ਕਿ ਮੇਰਾ ਪੜਦਾਦਾ ਨਾਨਕ ਆਪਣੇ ਦੋਹਾਂ ਭਰਾਵਾਂ ਤੋਂ ਵੱਡਾ ਸੀ ਡੰਡੀ। ਪੰਜਾਬੀ ਭਾਈਚਾਰੇ ਵਿੱਚ ਪਹਿਲਾ ਬੱਚਾ ਜਿਸ ਨੂੰ ਪਲੇਠਾ ਕਿਹਾ ਜਾਂਦਾ ਹੈ, ਪਰਿਵਾਰ ਦੇ ਜੀਆਂ ਲਈ ਬੜਾ ਲਾਡਲਾ ਹੁੰਦਾ ਹੈ ਅਤੇ ਉਸ ਦਾ ਨਾਂ ਕਿਸੇ ਵੱਡੀ ਸ਼ਖਸੀਅਤ ਦੇ ਨਾਂ 'ਤੇ ਰੱਖਿਆ ਜਾਂਦਾ ਹੈ ਡੰਡੀ। ਜਿਵੇਂ ਮੁਸਲਮਾਨਾਂ ਵਿੱਚ ਬਹੁਤ ਸਾਰੇ ਲੋਕਾਂ ਦਾ ਨਾਂ ਮੁਹੰਮਦ ਨਾਲ ਸ਼ੁਰੂ ਹੁੰਦਾ ਹੈ ਡੰਡੀ। ਹੁਣ ਵੇਖਿਆ ਜਾਏ ਤਾਂ ਮੇਰੇ ਪੜਦਾਦੇ ਦੇ ਪਿਓ ਅਦਾਲਤ ਨੂੰ ਬਾਬਾ ਨਾਨਕ ਜੀ ਨਾਲ ਖਬਰੇ ਕਿੰਨਾ ਕੁ ਪਿਆਰ ਹੋਵੇਗਾ ਕਿ ਉਸਨੇ ਆਪਣੇ ਪਲੇਠੇ ਪੁੱਤਰ ਦਾ ਨਾਂ ਨਾਨਕ ਰੱਖਿਆ ਹੋਵੇਗਾ ਅਤੇ ਪਰਿਵਾਰ ਦੇ ਹੋਰ ਜੀਆਂ ਨੇ ਵੀ ਇਸ ਦੀ ਹਾਮੀ ਭਰੀ ਹੋਵੇਗੀ ਡੰਡੀ। ਮੇਰੀ ਆਦਤ ਇਹ ਕਿ ਮੈਂ ਪੁਰਾਣੇ ਕਾਗਜ਼ਾਤ ਅਕਸਰ ਵੇਖਦਾ ਰਹਿੰਦਾ ਹਾਂ ਅਤੇ ਮੇਰੇ ਵੇਖਣ ਵਿੱਚ ਆਇਆ ਕਿ ਪੁਰਾਣੇ ਮੁਸਲਮਾਨ ਪਰਿਵਾਰਾਂ ਵਿੱਚ ਨਾਨਕ ਨਾਂ ਕਾਫੀ ਰੱਖਿਆ ਜਾਂਦਾ ਸੀ ਡੰਡੀ। ਇੱਕ ਸਮਾਂ ਇੱਥੇ ਸਿੱਖਾਂ ਦੀ ਹਕੂਮਤ ਰਹੀ ਡੰਡੀ। ਮੇਰਾ ਦਾਦਾ ਵਧਾਵਾ 1948 ਵਿੱਚ ਅਕਾਲ ਚਲਾਣਾ ਕਰ ਗਿਆ ਸੀ ਡੰਡੀ। ਉਸ ਦੀਆਂ 4 ਬੀਵੀਆਂ ਸਨ ਡੰਡੀ। ਪਹਿਲੀ ਬੀਵੀ ਵਿੱਚੋਂ ਕੋਈ ਔਲਾਦ ਨਹੀਂ ਸੀ ਡੰਡੀ। ਦੂਜੀ ਵਿੱਚੋਂ ਇੱਕ ਬੇਟੀ
ਤੀਜੀ ਵਿੱਚੋਂ 2 ਬੇਟੀਆਂ ਅਤੇ ਚੌਥੀ ਵਿੱਚੋਂ 5 ਬੇਟੇ ਤੇ 3 ਬੇਟੀਆਂ ਸਨ, ਜਿਸ ਦੀ ਅੱਗੋਂ ਅਸੀਂ ਔਲਾਦ ਹਾਂ ਡੰਡੀ। ਜੇਕਰ 1948 ਵਿੱਚ ਉਸ ਦੀ ਉਮਰ 80 ਸਾਲ ਲਾਈ ਜਾਏ ਤਾਂ ਇਸ ਦਾ ਮਤਲਬ ਹੈ ਕਿ ਉਹ 1868 ਵਿੱਚ ਪੈਦਾ ਹੋਇਆ ਹੋਵੇਗਾ ਅਤੇ ਉਸ ਦਾ ਪਿਓ ਉਸ ਵੇਲੇ 25 ਕੁ ਸਾਲ ਦਾ ਤਾਂ ਹੋਵੇਗਾ ਹੀ ਡੰਡੀ। ਇਸ ਦਾ ਭਾਵ ਇਹ ਹੈ ਕਿ ਸਾਡਾ ਪੜਦਾਦਾ ਨਾਨਕ 1843 ਵਿੱਚ ਪੈਦਾ ਹੋਇਆ ਹੋਵੇਗਾ ਅਤੇ ਉਦੋਂ ਬਾਬਾ ਨਾਨਕ ਜੀ ਨੂੰ ਅਕਾਲ ਚਲਾਣਾ ਕੀਤੇ ਨੂੰ ਲਗਭਗ 300 ਸਾਲ ਹੋ ਗਏ ਹੋਣਗੇ ਡੰਡੀ। 3 ਸਦੀਆਂ ਬੜਾ ਲੰਮਾ ਅਰਸਾ ਹੁੰਦਾ ਹੈ ਅਤੇ ਇੰਨੇ ਲੰਮੇ ਅਰਸੇ ਦੇ ਬਾਵਜੂਦ ਮੁਸਲਮਾਨਾਂ ਵਿੱਚ ਬਾਬਾ ਨਾਨਕ ਜੀ ਪ੍ਰਤੀ ਇੰਨਾ ਪਿਆਰ ਅਤੇ ਸਤਿਕਾਰ ਸੀ ਕਿ ਉਹ ਆਪਣੇ ਬੱਚਿਆਂ ਦੇ ਨਾਂ ਉਹਨਾਂ ਦੇ ਨਾਂ 'ਤੇ ਰੱਖਦੇ ਸਨ ਡੰਡੀ। ਹੁਣ ਜੇਕਰ ਥੋੜ੍ਹਾ ਜਿਹਾ ਹੋਰ ਪਿੱਛੇ ਜਾਈਏ ਅਤੇ ਪੀੜ੍ਹੀ ਨੂੰ 25 ਸਾਲ ਦੀ ਮੰਨ ਕੇ ਚੱਲੀਏ ਤਾਂ ਸਾਡੇ ਪੜਦਾਦੇ ਦਾ ਪਿਓ ਅਦਾਲਤ 1818 ਵਿੱਚ ਪੈਦਾ ਹੋਇਆ ਹੋਵੇਗਾ ਅਤੇ ਉਸ ਦਾ ਪਿਓ ਫਜ਼ਲਦੀਨ 1793 ਵਿੱਚ ਅਤੇ ਜਦੋਂ ਅਹਿਮਦ ਸ਼ਾਹ ਅਬਦਾਲੀ 1761 ਵਿੱਚ ਮਰਹੱਟਿਆਂ ਨੂੰ ਹਰਾ ਕੇ ਤੁਰ ਗਿਆ ਸੀ ਪੰਜਾਬ ਵਿੱਚ, ਉਦੋਂ ਸਿੱਖ ਮਿਸਲਾਂ ਦਾ ਪੂਰਾ ਕਬਜ਼ਾ ਸੀ ਡੰਡੀ। ਪੁਰਾਤਨ ਓਲੰਪਿਕ ਖੇਡਾਂ 776 ਪੂਰਵ ਈਸਵੀ ਵਿੱਚ ਸ਼ੁਰੂ ਹੋਈਆਂ ਸਨ ਡੰਡੀ। ਪਹਿਲਾਂ ਸਟੇਡੀਅਮ ਦੀ ਇੱਕੋ ਦੌੜ ਲੱਗੀ ਸੀ ਅਤੇ ਖੇਡਾਂ ਇੱਕੋ ਦਿਨ ਵਿੱਚ ਸਮਾਪਤ ਹੋ ਗਈਆਂ ਸਨ ਡੰਡੀ। ਲਾਂਗਰੀ ਕਰੋਬਸ ਇਹ ਦੌੜ ਜਿੱਤਿਆ, ਜਿਸ ਨੂੰ ਪ੍ਰਥਮ ਓਲੰਪਿਕ ਚੈਂਪੀਅਨ ਮੰਨਿਆ ਜਾਂਦਾ ਹੈ ਡੰਡੀ। ਫਿਰ ਇਹ ਖੇਡਾਂ 5 ਦਿਨ ਹੋਣ ਲੱਗੀਆਂ ਅਤੇ ਈਵੈਂਟ ਵੀ 5 ਹੋ ਗਏ, ਜਿਨ੍ਹਾਂ ਵਿੱਚ ਕੁਸ਼ਤੀਆਂ ਅਤੇ ਰੱਥ ਦੌੜਾਂ ਸ਼ਾਮਲ ਸਨ ਡੰਡੀ। ਉਦੋਂ ਔਰਤਾਂ ਲਈ ਓਲੰਪਿਕ ਖੇਡਾਂ ਵੇਖਣੀਆਂ ਮਨ੍ਹਾ ਸਨ ਡੰਡੀ। ਕੋਈ ਵੇਖ ਲੈਂਦੇ ਤਾਂ ਲਾਗਲੀ ਪਹਾੜੀ ਤੋਂ ਸੁੱਟ ਕੇ ਮਾਰਨ ਦੀ ਸਜ਼ਾ ਸੀ ਡੰਡੀ। ਉਹਨਾਂ ਲਈ ਵੱਖਰੀ ਜਗ੍ਹਾ 100 ਫੁੱਟ ਦੀ ਦੌੜ ਹੁੰਦੀ ਸੀ ਡੰਡੀ। ਇਹ ਖੇਡਾਂ 4 ਸਾਲ ਪਿੱਛੋਂ ਜੂਨ ਜੁਲਾਈ ਦੀ ਪੂਰਨਮਾਸ਼ੀ ਨੂੰ ਹੁੰਦੀਆਂ, ਜਿਨ੍ਹਾਂ ਨੂੰ ਓਲੰਪੀਅਡ ਕਿਹਾ ਜਾਂਦਾ ਡੰਡੀ। ਯੂਨਾਨ ਦੇ ਐਲਿਸ ਰਾਜ ਵਿੱਚ ਓਲੰਪੀਆ ਨਾਂ ਦਾ ਨਗਰ ਸੀ ਡੰਡੀ। ਉਹਦੇ ਦੱਖਣ ਪੱਛਮ ਵਿੱਚ ਐਲਪੀਥੀਅਸ ਨਦੀ ਵਹਿੰਦੀ ਸੀ, ਜੋ ਓਲੰਪੀਆ ਦੀ ਵਾਦੀ ਨੂੰ ਖੇੜਾ ਬਖਸ਼ਦੀ ਡੰਡੀ। ਦੂਜੇ ਪਾਸੇ ਕਾਲਦੀਅਸ ਨਦੀ ਸੀ ਡੰਡੀ। ਯੂਨਾਨ ਨੇ ਸੰਸਾਰ ਨੂੰ ਫਲਸਫਾ, ਰੰਗਮੰਚ, ਮਹਾਕਾਵਿ, ਬੁੱਤਕਾਰੀ, ਇਮਾਰਤ ਸਾਜੀ ਅਤੇ ਨਾਟਕ ਚੇਟਕ ਵਾਲੀ ਅਮੀਰ ਸਭਤਾ ਹੀ ਨਹੀਂ ਦਿੱਤੀ, ਸਗੋਂ ਬਲਵਾਨ ਜੁੱਸੇ ਵਿੱਚ ਬਲਵਾਨ ਬੁੱਧੀ ਦਾ ਵਾਧਾ ਕਰਨ ਵਾਲੀਆਂ ਓਲੰਪਿਕ ਖੇਡਾਂ ਵੀ ਦਿੱਤੀਆਂ ਡੰਡੀ। ਓਲੰਪਿਕ ਖੇਡਾਂ ਬਾਰੇ ਕਈ ਕਥਾਵਾਂ ਹਨ ਡੰਡੀ। ਇੱਕ ਦੰਦ ਕਥਾ ਅਨੁਸਾਰ ਐਲਿਸ ਰਾਜ ਦੇ ਰਾਜੇ ਅਨੋਮਸ ਨੇ ਸ਼ਰਤ ਰੱਖੀ ਸੀ ਕਿ ਉਹ ਆਪਣੀ ਧੀ ਹਿਪੋਡੇਮੀਆ ਉਸੇ ਰਾਜਕੁਮਾਰ ਨਾਲ ਵਿਆਹੇਗਾ ਜਿਹੜਾ ਰਾਜੇ ਦੇ ਰੱਥ ਨੂੰ ਢਾਹੀ ਨਾ ਦੇਵੇ ਡੰਡੀ। ਢਾਹੀ ਲੈਣ ਦੀ ਸੂਰਤ ਵਿੱਚ ਭਾਲੇ ਨਾਲ ਮਾਰੇ ਜਾਣ ਦੀ ਸਜ਼ਾ ਸੀ ਡੰਡੀ। ਰਾਜਕੁਮਾਰੀ ਨੂੰ ਵਿਆਹੁਣ ਲਈ ਰਾਜਕੁਮਾਰ ਨਿੱਤਰਦੇ ਰਹੇ ਡੰਡੀ। ਉਹ ਰਾਜਕੁਮਾਰੀ ਨੂੰ ਆਪਣੇ ਰੱਥ ਵਿੱਚ ਬਿਠਾ ਕੇ ਦੌੜਦੇ ਅਤੇ ਸ਼ਾਹੀ ਰੱਥ ਪਿੱਛਾ ਕਰਦਾ ਡੰਡੀ। ਇੰਜ ਕਰਦਿਆਂ ਅਨੋਮਸ ਨੇ 13
ਉਮੀਦਵਾਰ ਜਵਾਈਆਂ ਨੂੰ ਮਾਰਿਆ ਡੰਡੀ। ਫਿਰ ਜੀਐਸ ਦੇ ਪੁੱਤਰ ਪਲੋਪਸ ਦੀ ਵਾਰੀ ਆਈ ਡੰਡੀ। ਉਸਨੇ ਸ਼ਾਹੀ ਰੱਥ ਦੀ ਧੁਰੀ ਢਿੱਲੀ ਕਰਵਾ ਦਿੱਤੀ ਡੰਡੀ। ਜਦੋਂ ਪਲੋਪਸ ਰਾਜਕੁਮਾਰੀ ਨੂੰ ਲੈ ਕੇ ਦੌੜਿਆ ਤਾਂ ਅਨੋਮਸ ਨੇ ਪਿੱਛਾ ਕੀਤਾ ਡੰਡੀ। ਅਨੋਮਸ ਪੈਲਪਸ ਤੱਕ ਪੁੱਜਣ ਹੀ ਵਾਲਾ ਸੀ ਕਿ ਸ਼ਾਹੀ ਰੱਥ ਦਾ ਪਹੀਆ ਨਿਕਲ ਗਿਆ। ਰੱਥ ਉਲਟ ਗਿਆ ਤੇ ਅਨੋਮਸ ਦੀ ਮੌਤ ਹੋ ਗਈ ਡੰਡੀ। ਪਲੋਪਸ ਨੂੰ ਨਾ ਕੇਵਲ ਰਾਜਕੁਮਾਰੀ ਮਿਲੀ ਬਲਕਿ ਐਲਿਸ ਦਾ ਰਾਜ ਵੀ ਮਿਲ ਗਿਆ ਡੰਡੀ। ਰਾਜ ਭਾਗ ਮਿਲਣ ਦੀ ਖੁਸ਼ੀ ਵਿੱਚ ਉਸਨੇ ਓਲੰਪਿਕ ਖੇਡਾਂ ਕਰਵਾਉਣ ਦਾ ਜਸ਼ਨ ਮਨਾਇਆ ਡੰਡੀ। ਪੁਰਾਤਨ ਓਲੰਪਿਕ ਖੇਡਾਂ 776 ਪੂਰਵ ਈਸਵੀ ਤੋਂ 392 ਈਸਵੀ ਤੱਕ 4 ਸਾਲ ਬਾਅਦ ਹੁੰਦੀਆਂ ਰਹੀਆਂ ਡੰਡੀ। ਖੇਡਾਂ ਦੌਰਾਨ ਲੜਾਈਆਂ ਬੰਦ ਰਹਿੰਦੀਆਂ ਡੰਡੀ। ਫਿਰ ਰੋਮ ਦੇ ਸ਼ਹਿਨਸ਼ਾਹ ਪਹਿਲੇ ਨੇ 393 ਈਸਵੀ ਵਿੱਚ ਓਲੰਪੀਆ ਦੇ ਮੰਦਰਾਂ ਵਿੱਚ ਜਾਣ 'ਤੇ ਪਾਬੰਦੀ ਲਾ ਦਿੱਤੀ ਤੇ 426 ਈਸਵੀ ਵਿੱਚ ਦੂਜੇ ਨੂੰ ਮੰਦਰਾਂ ਨੂੰ ਅੱਗ ਲਵਾ ਦਿੱਤੀ ਡੰਡੀ। 2 ਸਦੀਆਂ ਪਿੱਛੋਂ ਓਲੰਪੀਆ ਦੀ ਵਾਦੀ ਵਿੱਚ ਭੂਚਾਲ ਆਇਆ ਜਿਸ ਨਾਲ ਖੇਡ ਦੀ ਮਲਦੀ ਨਗਰੀ ਥੇ ਬਣ ਗਈ ਡੰਡੀ। ਕਲ ਕਲ ਵਹਿੰਦੀ ਕਲਦੀਅਸ ਨਦੀ ਐਲਪੀਥੀਅਸ ਨਦੀ ਵਿੱਚ ਜਾ ਮਿਲੀ ਤੇ ਓਲੰਪੀਆ ਨਗਰੀ ਉਹਦੀ ਕੁੱਖ ਵਿੱਚ ਸਮਾ ਗਈ ਡੰਡੀ। ਲਗਭਗ 1500 ਸਾਲ ਕਿਸੇ ਨੇ ਓਲੰਪੀਆ ਦੀ ਸਾਰ ਨਾ ਲਈ ਡੰਡੀ। 1875 ਤੋਂ 1881 ਈਸਵੀ ਤੱਕ ਕੀਤੀ ਖੁਦਾਈ ਨੇ ਓਲੰਪੀਆ ਦੇ ਖੰਡਰ ਲੱਭ ਲਏ ਡੰਡੀ। 25 ਨਵੰਬਰ 1892 ਨੂੰ ਫਰਾਂਸ ਦੇ ਸ਼ਹਿਰ ਸ਼ੋਰਬੋਨ ਵਿਖੇ ਪਿਆਰੇ ਦੇ ਕੁਬਰਸਤਨ ਦੇ ਓਲੰਪਿਕ ਖੇਡਾਂ ਦੀ ਪੁਨਰ ਸੁਰਜੀਤੀ ਦੇ ਵਿਸ਼ੇ 'ਤੇ ਭਾਸ਼ਣ ਦਿੱਤਾ ਡੰਡੀ। ਜੂਨ 1894 ਵਿੱਚ ਪੈਰਿਸ ਵਿਖੇ ਖੇਡ ਪ੍ਰੇਮੀਆਂ ਦੀ ਕੌਮਾਂਤਰੀ ਮੀਟਿੰਗ ਸੱਦੀ ਗਈ ਜਿਸ ਵਿੱਚ 12 ਦੇਸ਼ਾਂ ਦੇ 79 ਡੈਲੀਗੇਟ ਤੇ 49 ਖੇਡ ਸਭਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ ਡੰਡੀ। ਉੱਥੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਬਣਾ ਕੇ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ 1900 ਈਸਵੀ ਵਿੱਚ ਪੈਰਿਸ ਵਿਖੇ ਕਰਵਾਉਣ ਦਾ ਪ੍ਰੋਗਰਾਮ ਬਣਿਆ ਡੰਡੀ। ਜਦੋਂ ਕੁਬਰਤਿਨ ਪੁਰਾਤਨ ਓਲੰਪਿਕ ਖੇਡਾਂ ਦੇ ਦੇਸ਼ ਯੂਨਾਨ ਦੇ ਦੌਰੇ 'ਤੇ ਗਿਆ ਤਾਂ ਏਥਨਜ਼ ਵਾਸੀਆਂ ਨੇ ਕਿਹਾ ਕਿ ਓਲੰਪਿਕ ਖੇਡਾਂ ਏਥਨਜ਼ ਤੋਂ ਹੀ ਪੁਨਰ ਸੁਰਜੀਤ ਹੋਣੀਆਂ ਚਾਹੀਦੀਆਂ ਹਨ ਡੰਡੀ। ਤਦ ਫੈਸਲਾ ਹੋਇਆ ਕਿ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ 1896 ਵਿੱਚ ਏਥਨਜ਼ ਵਿਖੇ ਹੋਣਗੀਆਂ ਡੰਡੀ। 23 ਜੁਲਾਈ 2021 ਤੋਂ 8 ਅਗਸਤ ਤੱਕ 32ਵੀਆਂ ਓਲੰਪਿਕ ਖੇਡਾਂ ਹੋ ਰਹੀਆਂ ਹਨ ਡੰਡੀ।